सतगुर सिमरंत जी की तपत मिटावे। जेह सतगुर सिमरंत रिद सिद्ध नव निध पावै। सोई रामदास गुर बल पण मिल संगत धन धन करहो। जे सतगुर लग प्रभु पाईऐ सो सतगुर सिमरो नरो। सूरा सो पहचानिए जो लरै दीन के हेत। पुरजा पुरजा कट मरै कबहू न छाड़ै खेत। दीन दुनिया दे पातशाह गुरता गद्दी ते विराजमान बाणी गुरु सतगुरु श्री गुरु ग्रंथ। सो कुछ समा ये 2 दिन तां रखी दे हन। आए साल संगत दे चरनां विच बेनती करन वास्ते और समागम दा जिहड़ा है संगत नूं पहले ही पता है, पर होर एक माहौल बनता है। श्री अखंड पाठ साहिब की बाणी ज्ञानी जी ने आप जी नूं दस्सिया, पाठ चल रहे हैं। ये एक जलौ हुंदा है, ये जरूरी हुंदा है। इहदे नाल गुरु घर दी जिस भी काम दे नाल गुरु नानक दे घर दी रौनक वधे घटे ना, वो कारज गुरमत अनुसार होवे, वो कारज चंगा ही चंगा है। सो कुछ गुरमत की विचार आप जी दे नाल सांझी करां। संसार दे विच दुख सब तो वड्डी समस्या है। कुछ लोग दुखी हैं, कुछ लोग दुखी नहीं, पर यह डर सारिਆਂ ਨੂੰ सताउंदा है कि किते दुख आ ना जाए। ये वास्ते फिर आपां कुदरती तौर पर है जिहदे कोल दुख की दवाई है उन्होंने ही जाके आपां मिलने। सरीरक तौर पर कोई लोड़ पै गई, दवाई दारू दवाई बूटी बनी है, वैद बने ने, डॉक्टर बने ने, वो भी अपना उदम करते हैं। और कई बारी उन्होंने तो भी ये चीज़ लंघ जाती है। उत्थे फिर महाराज कहते वैदा संगा संदा संग इकट्ठा होया, औखद आंदे रास औखद आंदे रास जां विच खलोया। कहते दवाई भी उदों ही काम करती है जो रब विच आण के खलो जाए। दवाई चंगी है माड़ी नहीं। दवाई बूटी करनी, शरीर की हिफाजत करनी, शरीर का उपराला करना, ये काम कर लेने माड़े नहीं। गुरु नूं छोटे छोटे कामां वास्ते नहीं कहीदा हुंदा, उदों कहीदा जदों आपां कहने वड्डा बंदा है, वड्डा मनुख है। एवें ना इहनूं छोटी छोटी गल कहीए, जदों गल आउट जाण लगेगी, जदों ना पकड़ विच रहेगी, उदों फिर बेनती करांगे। तां ये भी एक शरीर का भी दुख है। इस तरह होर भी कई प्रकार के दुख ने, मानसिक दुख ने। आद व्याध ते उपाद, ये 3 रोग संसार दे विच वरतदे ने। आद व्याध उपाद। आद का मतलब हुंदा जिवें आपां पिछले जन्मां दे विच जां पिछले समय दे विच जिहड़े कर्म कीते हुंदे ने,
ਉਹਨਾਂ ਦੇ ਮੁਤਾਬਕ ਭਾਵੇਂ ਕਿੰਨੇ ਸਾਧਨ ਤੁਸੀਂ ਕਰ ਲਓ, ਉਸ ਕਰਮ ਨੇ ਆਪਣਾ ਫਲ ਜ਼ਰੂਰ ਦੇਣਾ ਹੁੰਦਾ। ਕਰਮ ਇੱਕ ਇਸ ਤਰ੍ਹਾਂ ਦੀ ਚੀਜ਼ ਹੈ, ਸਿਆਣੇ ਕਹਿੰਦੇ ਵੀ ਜਿਵੇਂ ਇੱਕ 100 ਗਾਵਾਂ ਜਾ ਰਹੀਆਂ ਹੋਣ ਤੇ ਜਿਹੜੀ ਗਾਂ ਦਾ ਜਿਹੜਾ ਵੱਛਾ ਹੈ ਉਹ ਆਪਣੀ ਮਾਂ ਨੂੰ ਉਹਨਾਂ 100 ਦੇ ਵਿੱਚੋਂ ਲੱਭ ਹੀ ਲੈਂਦਾ, ਭਾਵੇਂ ਉਹ ਕਿੱਥੇ ਖੜੀ ਹੋਵੇ। ਕਰਮ ਜਿਹੜਾ ਬੰਦੇ ਨੇ ਕੀਤਾ ਉਹ ਕਰਮ ਉਹਨੂੰ ਆਣ ਕੇ ਪਕੜ ਹੀ ਲੈਂਦਾ, ਬੰਦਾ ਭਾਵੇਂ ਕਿੱਥੇ ਲੁਕ ਲਵੇ। ਕਰਮ ਅੱਗੋਂ ਕਈ ਪ੍ਰਕਾਰ ਦੇ ਨੇ, ਅੱਗੇ ਕਈ ਲਾਈਨਾਂ ਨੇ। ਕਰਮ ਵੀ ਕਈ ਤਰ੍ਹਾਂ ਦੇ ਨੇ। ਕੁਝ ਕਰਮ ਨੇ ਜੋ ਥੋੜ੍ਹੇ ਜਿਹੇ ਹੁੰਦੇ ਨੇ, ਉਹ ਜਲਦੀ ਮਿਟ ਜਾਂਦੇ ਨੇ। ਕੁਝ ਹੁੰਦੇ ਨੇ ਜੋ ਸਾਧ ਸੰਗਤ ਜੀ ਪਰਪੱਕ ਹੋ ਜਾਂਦੇ ਨੇ, ਜ਼ਿਆਦਾ ਟਾਈਮ ਕੀਤੇ ਜਾਂਦੇ ਨੇ, ਉਹ ਆਪਣੀ ਪਕੜ ਜ਼ਿਆਦੀ ਬਣਾ ਲੈਂਦੇ ਨੇ, ਉਹ ਜਲਦੀ ਨਹੀਂ ਮਨੁੱਖ ਉਹਨਾਂ ਤੋਂ ਖਹਿੜਾ ਨਹੀਂ ਛਡਾ ਸਕਦਾ। ਪਰ ਮੋਟੇ ਤੌਰ ਤੇ ਆਪਾਂ ਉਹਦੇ ਕੋਲ ਜਾ ਕੇ ਅਰਦਾਸ ਕਰਨੇ ਆ ਜਿਹੜਾ ਸਮਰੱਥ ਹੈ। ਦੁੱਖ ਤਾਂ ਉਹਨੇ ਹਟਾਉਣਾ ਹੈ ਨਾ, ਜਿਹੜੇ ਦੇ ਕੋਲ ਤਾਕਤ ਹੈ, ਜਿਹਦੇ ਕੋਲ ਸ਼ਕਤੀ ਹੈ, ਉਹਨੇ ਦੁੱਖ ਹਟਾਉਣੇ ਨੇ। ਤਾਂ ਉਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਆਦ ਦੁੱਖ, ਆਦ ਜਿਹੜੇ ਪਹਿਲਾਂ ਦੇ ਦੁੱਖ ਹਨ, ਕਈ ਕੱਟੇ ਵੀ ਜਾਂਦੇ ਹਨ, ਕਈ ਨਹੀਂ ਵੀ ਕੱਟੇ ਜਾਂਦੇ। ਪਰ ਮਹਾਰਾਜ ਨੇ ਨਾਲ ਇੱਕ ਹੋਰ ਵੀ ਇੱਕ ਇਹਦੇ ਦਾਤ ਦਿੱਤੀ। ਉਹ ਕਹਿੰਦੇ ਵੀ ਜੇ ਤੂੰ ਇਹਨੂੰ ਦਾਰੂ ਬਣਾ ਲਵੇਂ ਇਸ ਚੀਜ਼ ਨੂੰ, ਕਿਉਂਕਿ ਸੁੱਖ ਅਸੀਂ ਭਾਲਦੇ ਹਾਂ, ਸੋਚਦੇ ਹਾਂ ਵੀ ਸੁੱਖ ਹੀ ਜੀਵਨ ਹੈ। ਠੀਕ ਹੈ, ਸੁੱਖ ਬੰਦੇ ਨੂੰ ਚਾਹੀਦਾ ਹੈ, ਪਰ ਬਹੁਤੀ ਵਾਰੀ ਵੇਖਿਆ ਗਿਆ ਕਿ ਸੁੱਖ ਬੰਦੇ ਨੂੰ ਆਲਸੀ, ਡਰਪੋਕ ਔਰ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਸਮੱਸਿਆ ਤੋਂ ਭੱਜਣ ਵਾਲਾ ਬਣਾ ਦਿੰਦਾ ਹੈ। ਉਹਨੂੰ ਸੂਰਮਾ ਨਹੀਂ ਬਣਾ ਸਕਦਾ। ਸੁੱਖ ਜਿਹੜਾ ਹੈ, ਸੁੱਖ ਮਾੜਾ ਨਹੀਂ, ਸੁੱਖ ਚੰਗੀ ਚੀਜ਼ ਹੈ, ਪਰ ਸੁੱਖ ਕਦੀ ਵੀ ਮਨੁੱਖ ਨੂੰ ਨਿਰਭੈ ਨਹੀਂ ਕਰ ਸਕਦਾ, ਕਿਉਂਕਿ ਜਦੋਂ ਕੋਲ ਹੈ ਉਦੋਂ ਡਰਿਆ ਰਹਿੰਦਾ ਹੈ। ਉਹ ਕਿਸੇ ਫਕੀਰ ਨੇ ਕਿਹਾ ਸੀ, ਲੋਕ ਸਾਰੇ ਠੰਡ ਦੇ ਨਾਲ ਕੰਬ ਰਹੇ ਸੀ। ਕੋਈ ਇੱਕ ਕੋਟ ਪਾਉਂਦਾ ਸੀ, ਕੋਈ 2 ਪਾਉਂਦਾ ਸੀ, ਕੋਈ 3 ਪਾਉਂਦਾ ਸੀ। ਉਹਨੂੰ ਵੀ ਠੰਡ ਲੱਗਦੀ ਸੀ, ਉਹਨੇ ਵੀ ਪਾਏ ਸੀ ਇੱਕ ਦੋ। ਉਹਨੇ ਇੱਕ ਇੱਕ ਕਰਕੇ ਸਾਰੇ ਲਾ ਕੇ ਪਰਾਂ ਮੰਗਾਏ। ਕਹਿੰਦੇ ਜਿਹੜਾ ਲੱਗਣਾ ਤੂੰ ਲੱਗ ਹੀ ਲੈ। ਹੁਣ ਜਿਹੜਾ ਬੰਦਾ ਦੁੱਖ ਦੇ ਵਿੱਚੋਂ ਨਿਕਲ ਜਾਂਦਾ ਹੈ ਨਾ, ਸੁਖੀ ਉਹ ਹੀ ਹੁੰਦਾ। ਸਾਧ ਸੰਗਤ ਜੀ, ਸੁੱਖ ਜਿਹੜਾ ਹੈ ਉਹ ਬੰਦੇ ਵਿੱਚ ਤੌਖਲਾ ਬਣਾਈ ਰੱਖਦਾ ਹੈ, ਇੱਕ ਚਿੰਤਾ ਬਣਾਈ ਰੱਖਦਾ ਵੀ ਮੇਰੇ ਹੱਥੋਂ ਨਾ ਕਿਤੇ ਚਲਾ ਜਾ। ਇਸ ਲਈ ਇਹ ਸਾਡਾ, ਕਿਉਂਕਿ ਅਸੀਂ ਗੁਰਬਾਣੀ ਦੇ ਗਿਆਨ ਦੇ ਨੇੜੇ ਜਿੰਨਾ ਚਿਰ ਨਾ ਆਵਾਂਗੇ, ਗੁਰਬਾਣੀ ਦੀ ਵਿਚਾਰ ਦੇ ਨੇੜੇ ਨਾ ਆਵਾਂਗੇ, ਉਹਨਾਂ ਚਿਰ ਇਹ ਪਤਾ ਨਹੀਂ ਲੱਗੇਗਾ ਵੀ ਸੁੱਖ ਦੁੱਖ ਕੀ ਨੇ। ਸੁੱਖ ਅਸਲ ਵਿੱਚ ਉਹਨੂੰ ਕਹਿੰਦੇ ਨੇ ਜੋ ਸਾਡੇ ਮਨ ਦੀ ਮਰਜ਼ੀ ਦੇ ਅਨੁਸਾਰ ਹੋਵੇ, ਤੇ ਦੁੱਖ ਉਹਨੂੰ ਕਹਿੰਦੇ ਨੇ ਜੋ ਸਾਡੀ ਮਰਜ਼ੀ ਦੇ ਉਲਟ ਹੋਵੇ। ਹੁਣ ਇਹ ਬਾਹਰੋਂ ਨਹੀਂ ਹੋ ਸਕਦਾ, ਇਹ ਸਾਨੂੰ ਆਪਣੇ ਮਨ ਦੀ ਸਥਿਤੀ ਬਦਲਣੀ ਪਏਗੀ। ਭਾਵੇਂ ਕਿਸੇ ਚੀਜ਼ ਨੂੰ ਤੁਸੀਂ ਦੁੱਖ ਸੁੱਖ ਸਮਝ ਕੇ ਪ੍ਰਵਾਨ ਕਰ ਲਓ, ਉਹਨੇ ਹੀ ਸੁੱਖ ਬਣ ਜਾਣਾ, ਭਾਵੇਂ ਕਿਸੇ ਤਰ੍ਹਾਂ ਦੀ ਚੀਜ਼। ਤਾਂ ਹੀ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਆਮ ਗੱਡੀਆਂ ਤੇ ਅਸੀਂ ਲਿਖਾ ਦਿੰਦੇ ਹਾਂ। ਉਹਦਾ ਕਾਰਨ ਕੀ ਹੈ ਕਿ ਗੁਰਬਾਣੀ ਦਾ ਸਾਡੇ ਕੋਲ ਬੋਧ ਹੈ ਕੋਈ ਨਹੀਂ, ਜਾਂ ਅਸੀਂ ਜਾਣਦੇ ਹੋਏ ਵੀ ਕੰਮ ਕਰਦੇ ਨੇ। ਗੱਡੀਆਂ ਤੇ ਲਿਖਿਆ ਹੋਏਗਾ, ਇਹ ਪੇ ਦਾਤ ਤੇਰੀ ਦਾਤਾਰ। ਜਪਜੀ ਸਾਹਿਬ ਦੀ ਤੁਕ ਹੈ, ਭੱਬੇ ਨੂੰ ਸਿਹਾਰੀ ਲੱਗੀ ਹੋਈ ਵੀ ਆਹ ਜਿਹੜੀ ਗੱਡੀ ਦਿੱਤੀ ਹੈ ਨਾ, ਤੇਰੀ ਦਾਤ ਹੈ। ਧਿਆਨ ਦਿਓ, ਬਾਣੀ ਕੋਈ ਸੰਸਕ੍ਰਿਤ ਨਹੀਂ ਹੈ, ਬਾਣੀ ਕੋਈ ਫਾਰਸੀ ਨਹੀਂ ਹੈ, ਬਾਣੀ ਸਧਾਰਨ ਬੋਲੀ ਦੇ ਵਿੱਚ ਹੈ। ਇਹਨੂੰ ਆਪਾਂ ਸਮਝ ਸਕਦੇ ਹਾਂ ਚੰਗੀ ਤਰ੍ਹਾਂ। ਇਹ ਅੱਧੀ ਤੁਕ ਲਿਖਣੀ ਗੁਰਬਾਣੀ ਦੀ ਤੋਹੀਨ ਹੈ ਵੀ ਇਹ ਪੇ ਦਾਤ ਤੇਰੀ ਦਾਤਾਰ, ਕਿਉਂਕਿ ਇਹ ਅੱਧੀ ਤੁਕ ਹੈ। ਜੇ ਤੁਸੀਂ ਸਾਰੀ ਤੁਕ ਪੜ੍ਹਦੇ ਹੋ ਤਾਂ ਉੱਥੇ ਲਿਖਿਆ ਹੋਇਆ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਹੁਣ ਉੱਥੇ ਕੀ ਲਿਖਿਆ? ਦੁੱਖ ਦਾ ਦਾਰੂ ਦੱਸ ਦਿੱਤਾ ਮਹਾਰਾਜ ਨੇ। ਇੱਕ ਤਾਂ ਇਹ ਵੀ ਗੱਲ ਹੈ, ਜੇ ਅਸੀਂ ਅਰਦਾਸ ਕਰੀਏ, ਗੁਰੂ ਸਾਹਿਬ ਸਮਰੱਥ ਵੀ ਨੇ, ਗੁਰੂ ਸਾਹਿਬ ਦਿਆਲੂ ਵੀ ਨੇ, ਗੁਰੂ ਸਾਹਿਬ ਦੁੱਖ ਦੂਰ ਕਰਨ ਵਾਲੇ ਵੀ ਹਨ, ਦਾਤਾਂ ਦੇਣ ਵਾਲੇ ਨੇ। ਸਾਰੇ ਪਦਾਰਥ ਗੁਰੂ ਸਾਹਿਬ ਦੇ ਕੋਲ ਹਨ। ਉਹ ਵੀ ਇੱਕ ਤਰੀਕਾ ਹੈ ਕਿ ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਜਾਂ ਦੁੱਖ ਭੰਜਨ ਤੇਰਾ ਨਾਮ ਜੀ। ਦੁੱਖ ਭੰਜਨ ਤੇਰਾ ਨਾਮ, 8 ਪਹਿਰ ਆਰਾਧੀਐ, ਪੂਰਨ ਸਤਿਗੁਰ ਗਿਆਨ। ਜਿਤ ਘਟ ਵਸੈ ਪਾਰ ਬ੍ਰਹਮ, ਸੋਈ ਸੁਹਾਵਾ ਥਾਉ, ਜਮ ਕੰਕਰ ਨੇੜ ਨਾ ਆਵੇ, ਰਸ ਰਸਨਾ ਹਰ ਗੁਣ ਗਾਉ।
ਦਇ ਨਰਾਇਣ ਦਇ ਗੁਰ ਗੁਰ ਸੱਚਾ ਸਿਰਜਣਹਾਰ, ਗੁਰ ਤੁਠੈ ਸਭ ਕੁਛ ਪਾਇਆ ਜਨ ਨਾਨਕੀ। ਅਰਦਾਸ ਇਹਦੇ ਵਿੱਚ ਇਹ ਹੈ ਕਿ ਜੇ ਅਰਦਾਸ ਕਰੀਏ ਤੇ ਦੁੱਖਾਂ ਦਾ ਨਾਸ਼ ਗੁਰੂ ਕਰਦਾ ਹੈ, ਦੂਰ ਕਰਦਾ। ਬੜੇ ਥਾਵਾਂ ਤੇ ਬਾਣੀ ਆਈ ਹੈ, ਆਗੈ ਸੁਖ ਮੇਰੇ ਮੀਤਾ, ਪਾਤਸ਼ਾਹ ਆਨੰਦ ਪ੍ਰਭ ਕੀਤਾ। ਜੀਵਨ ਵਿੱਚ ਸੁਖ ਗੁਰੂ ਵਰਤਾਉਂਦਾ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਇਹ ਸਾਰੇ ਸ਼ਬਦ ਗੁਰੂ ਅਰਜਨ ਦੇਵ ਜੀ ਦੀ ਬਾਣੀ ਕਈ ਪ੍ਰਕਾਰ ਦੀ ਹੈ। ਇਸ ਪੱਖ ਵਿੱਚ ਮੈਂ ਲੰਬਾ ਚਲਾ ਜਾਊਂਗਾ, ਟਾਈਮ ਬਹੁਤ ਲੱਗ ਜਾਏਗਾ। ਬਾਣੀ ਜਿਵੇਂ ਸਟੈਪ ਬਾਈ ਸਟੈਪ ਕਿਸੇ ਨੂੰ ਪੜ੍ਹਾਈ ਦਿੱਤੀ ਜਾਂਦੀ ਹੈ, ਉਸ ਤਰ੍ਹਾਂ ਹਰ ਇੱਕ ਪੱਖ ਦੇ ਮਨੁੱਖ ਨੂੰ ਉਸ ਢੰਗ ਦੇ ਨਾਲ ਗਿਆਨ ਦਿੱਤਾ ਹੋਇਆ। ਤਾਂ ਦੁੱਖ ਦਾ ਇੱਕ ਤਰੀਕਾ ਹੈ ਕਿ ਅਰਦਾਸ ਕਰਨੀ, ਔਰ ਜ਼ਿਆਦਾਤਰ ਜਿਹੜਾ 90% ਧਾਰਮਿਕ ਬੰਦਾ ਹੈ ਉਹ ਦੁੱਖ ਦੀ ਅਰਦਾਸ ਹਟਾਉਣ ਦੀ ਕਰਦਾ ਗੁਰੂ ਦੇ ਅੱਗੇ। ਉਹ ਇਸ ਗੱਲ ਨਹੀਂ ਸੁਣਦਾ ਵੀ ਦੁੱਖ ਆਉਂਦਾ ਕਿਉਂ ਹੈ। ਦੋ ਗੱਲਾਂ, ਅਸੀਂ 90% ਲੋਕ ਆ ਜਿਹੜੇ, ਅਸੀਂ ਸਿਰਫ ਗੁਰੂ ਦੇ ਨਾਲ ਨਾਤਾ ਸਾਡਾ ਜਿਹੜਾ ਜੋੜ ਹੈ ਉਹ ਅਸੀਂ ਉਸ ਸੰਬੰਧ ਵਿੱਚ ਰੱਖਦੇ ਹਾਂ ਕਿ ਦੁੱਖ ਹਟੇ ਕਿਵੇਂ। ਪਰ ਗੁਰੂ ਸਾਹਿਬ ਦੀ ਬਾਣੀ ਕਹਿੰਦੇ ਨੇ ਕਿ ਇਹ ਵੀ ਗੱਲ ਠੀਕ ਹੈ, ਇਹਦੇ ਨਾਲ ਗੁਰੂ ਸਾਹਿਬ ਸਹਿਮਤ ਨੇ। ਤੇਰੀ ਲੋੜ ਹੈ, ਤੈਨੂੰ ਦੁੱਖ ਹੈ, ਮੈਂ ਹਟਾ ਸਕਣਾ। ਬੜੇ ਲੋਕਾਂ ਦਾ ਦੁੱਖ ਗੁਰੂ ਸਾਹਿਬ ਨੇ ਹਟਾਇਆ, ਅਜੇ ਤੱਕ ਹਟਾਉਂਦੇ ਨੇ, ਅਜੇ ਤੱਕ ਅਰਦਾਸ ਕਰਦਾ ਸਿੱਖ, ਅਰਦਾਸਾਂ ਪੂਰੀਆਂ ਹੁੰਦੀਆਂ ਨੇ। ਕਿੰਨੇ ਕਾਰਜ ਨੇ ਸਾਡੇ ਜਿਹੜੇ ਸਾਡੀਆਂ ਅੱਖਾਂ ਦੇ ਸਾਹਮਣੇ ਹੋਏ, ਇੱਥੇ ਹੁੰਦੇ ਨੇ, ਸਾਰੇ ਗੁਰੂ ਘਰਾਂ ਵਿੱਚ ਹੁੰਦੇ ਨੇ, ਦਰਬਾਰ ਸਾਹਿਬ ਹੁੰਦੇ ਨੇ। ਇੱਕ ਅਰਦਾਸ ਪੂਰੀ ਕਰਨੀ ਗੁਰੂ ਦਾ ਇੱਕ ਕਾਰਜ ਹੁੰਦਾ ਹੈ, ਉਹਦਾ ਇੱਕ ਕਾਰਨ ਹੁੰਦਾ ਹੈ ਕਿ ਵਿਸ਼ਵਾਸ ਜਿਹੜਾ ਉਹ ਧਰਮ ਦੇ ਵਿੱਚ ਇੱਕ ਬੜੀ ਜ਼ਰੂਰੀ ਚੀਜ਼ ਹੈ। ਵਿਸ਼ਵਾਸ ਜਿਹਨੂੰ ਬਿਲੀਵਸ ਕਹਿੰਦੇ, ਵੀ ਡੂੰਘਾ ਵਿਸ਼ਵਾਸ ਅੰਦਰ ਹੋਣਾ ਉਹਦੀ ਬੜੀ ਲੋੜ ਹੈ। ਕਿਉਂਕਿ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਜੋ ਸਾਰੇ ਥਾਵਾਂ ਤੇ ਵਿਆਪਕ ਹੈ ਔਰ ਸਮਰੱਥ ਹੈ, ਉਹਨੇ ਸਾਡੀ ਇਮਦਾਦ ਉਦੋਂ ਕਰਨੀ ਹੈ ਜਦੋਂ ਸਾਡੇ ਮਨ ਦੇ ਵਿੱਚ 100% ਵਿਸ਼ਵਾਸ ਜਾਗ ਪਿਆ। ਜੇ ਕਿਤੇ 1% ਵੀ ਢਿੱਲ ਪੈ ਗਈ ਨਾ, 1% ਵੀ ਢਿੱਲ ਪੈ ਗਈ। ਮੇਰੇ ਪਰਮ ਪੂਜਨੀਕ ਸੰਤ ਮਹਾਂਪੁਰਸ਼ ਸੰਤ ਬਾਬਾ ਸੁੱਚਾ ਸਿੰਘ ਜੀ, ਜਿਨ੍ਹਾਂ ਕੋਲ ਦਾਸ ਨੇ ਵਿੱਦਿਆ ਸ਼ੁਰੂ ਕੀਤੀ ਸੀ, ਉਹਨਾਂ ਦੀ ਗੱਲ ਮੇਰੇ ਸਾਹਮਣੇ ਆ ਗਈ। ਮੈਂ ਥੋੜ੍ਹਾ ਚਿਰ ਹੀ ਉਹਨਾਂ ਦੇ ਸਰੀਰ ਦੇ ਰਹਿੰਦਿਆਂ ਉਹਨਾਂ ਕੋਲ ਰਿਹਾ, 6-7 ਮਹੀਨੇ 8 ਮਹੀਨੇ। ਇੱਕ ਵਾਰੀ ਇੱਥੇ ਆਏ ਨੇ ਸਥਾਨ ਤੇ, ਔਰ ਉਹ ਐਸੇ ਸੰਤ ਸੀ ਜਿਹੜੇ ਕਹਿੰਦੇ ਸੀ ਵੀ ਸੰਤ ਉਹ ਹੋਵੇ ਜਿਹੜਾ ਸਕੋਲਰ ਵੀ ਹੋਵੇ, ਯਾਨੀ ਕਿ ਉਹ ਗੁਰਬਾਣੀ ਦੇ ਗਿਆਨ ਦੀ ਵੀ ਗੱਲ ਕਰੇ। ਉਹਨਾਂ ਨੇ ਜਿਹੜੇ ਗੁਰੂ ਘਰ ਦਾ ਵੀ ਨਾਂ ਰੱਖਿਆ, ਉਹ ਨਾਂ ਰੱਖਿਆ ਸੀ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜੋਤੀ ਟਕਸਾਲ। ਵੀ ਸਿੱਖ ਕੋਲ ਜਿੱਥੇ ਭਗਤੀ ਹੋਣੀ ਚਾਹੀਦੀ, ਉੱਥੇ ਉਹਦੇ ਕੋਲ ਵਿੱਦਿਆ ਵੀ ਹੋਣੀ ਚਾਹੀਦੀ, ਉਹਦੇ ਕੋਲ ਗਿਆਨ ਵੀ ਹੋਣਾ ਚਾਹੀਦਾ। ਦੋਵਾਂ ਨੂੰ ਉਹਨਾਂ ਨੇ, ਸਗੋਂ ਉਹ ਇੱਕ ਐਸਾ ਸੰਤ ਸੀ। ਨਹੀਂ ਤੇ ਅਸੀਂ ਆਪਣੇ ਪੱਖ ਦੇ ਲੋਕਾਂ ਦੀ ਗੱਲ ਸੁਣਨੇ ਆ, ਉਹ ਕਈ ਵਾਰੀ ਨਾਸਤਿਕ ਲੋਕਾਂ ਨੂੰ ਵੀ ਸੱਦ ਕੇ ਆਪਣੇ ਕੋਲ ਬਿਠਾ ਕੇ ਉਹਨੂੰ ਖੁੱਲ੍ਹਾ ਕਹਿ ਦਿੰਦੇ ਸੀ ਵੀ ਤੈਨੂੰ 100% ਖੋਲੇ, ਤੂੰ ਜੋ ਕੁਝ ਮੈਨੂੰ ਕਹਿਣਾ ਤੂੰ ਕਹਿ ਸਕਣਾ, ਜੋ ਕੁਝ ਤੂੰ ਮੈਨੂੰ ਪੁੱਛਣਾ ਪੁੱਛ ਸਕਣਾ। ਨਹੀਂ ਤੇ ਆਪਾਂ ਕਹਾਂਗੇ ਵੀ ਸਾਨੂੰ ਉਹੀ ਗੱਲਾਂ ਪੁੱਛੋ ਜਿਹੜੀਆਂ ਮੈਨੂੰ ਚੰਗੀਆਂ ਲੱਗਦੀਆਂ ਨੇ। ਕਈ ਵਾਰੀ ਲੋਕ ਆ ਜਾਂਦੇ ਸਨ, ਕਿਉਂਕਿ ਵੱਡੇ ਵੱਡੇ ਅਫੀਸਰ ਹੁੰਦੇ ਸਨ ਉਹਨਾਂ ਦੇ ਕੋਲ। ਇੱਕ ਬੰਦਾ ਆਇਆ, ਉਹਨੇ ਕਿਹਾ ਮੈਂ ਤਾਂ ਸੰਤ ਮੰਨਦਾ ਹੀ ਨਹੀਂ, ਮੈਂ ਤੁਹਾਨੂੰ ਸੰਤ ਨਹੀਂ ਮੰਨਦਾ। ਤਾਂ ਉਹਨਾਂ ਦੇ ਮੱਥੇ ਤੇ, ਨਹੀਂ ਤੇ ਆਮ ਬੰਦੇ ਦੇ ਤਿਉੜੀ ਪੈ ਜਾਂਦੀ ਹੈ। ਉਹ ਕਹਿੰਦੇ ਮੈਨੂੰ ਇੱਕ ਗੱਲ ਦੱਸ, ਤੂੰ ਆਇਆ ਇੱਥੇ, ਤੈਨੂੰ ਕਿਸੇ ਨੇ ਕਿਹਾ ਮੈਨੂੰ ਸੰਤ ਕਹੋ, ਜਾਂ ਮੈਂ ਤੈਨੂੰ ਕਿਹਾ? ਮੈਂ ਤਾਂ ਤੈਨੂੰ ਕਹਿੰਦਾ ਤੂੰ ਮੈਨੂੰ ਸੁੱਚਾ ਸਿੰਘ ਕਹੋ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਤੂੰ ਕਵੇਂ ਤੇ ਉਹਦੇ ਨਾਲ ਮੈਂ ਸੰਤ ਬਣਨਾ ਨਹੀਂ, ਤੇ ਤੂੰ ਨਾ ਕਵੇਂ ਤੇ ਉਹਦੇ ਨਾਲ ਮੇਰੀ ਸੰਤਤਾ ਹੀ ਘਟਣੀ ਨਹੀਂ। ਜੇ ਮੈਂ ਹੈ ਵਾਂ ਤੇ ਹੈ ਵਾਂ, ਜੇ ਨਹੀਂ ਤੇ ਨਹੀਂ। ਕਿ ਬੰਦੇ ਦੀ ਸ਼ਖਸੀਅਤ ਤੇ ਨਿਰਭਰ ਕਰਦਾ। ਤਾਂ ਉਹਨਾਂ ਦੀ ਇੱਕ ਗੱਲ ਮੈਂ ਤੁਹਾਨੂੰ ਵਿਸ਼ਵਾਸ ਦੀ ਗੱਲ ਕਰਨਾ, ਜਿਹੜਾ ਉਹਨਾਂ ਨੇ ਮੇਰੇ ਨਾਲ ਇੱਕੋ ਹੀ ਬਚਨ ਕੀਤਾ ਸੀ। ਕਿਉਂਕਿ ਆਪ ਜੀ ਨੂੰ ਪਤਾ ਹੈ ਮੈਂ ਕਿਹੜੀ ਉਮਰ ਵਿੱਚ ਇੱਥੋਂ ਸਿੱਖਣ ਵਾਸਤੇ ਗਿਆ ਸੀ। ਵਿਚਾਰ ਜਿਹੜੀ ਨਗਰ ਦੇ ਵਿੱਚੋਂ 30-32 ਸਾਲ ਦੀ ਉਮਰ ਸੀ, ਪਰਿਵਾਰ ਸੀ, ਗ੍ਰਸਤ ਸੀ, ਬੱਚਾ ਸੀ, ਸਾਰਾ ਕੁਝ ਇੱਥੇ ਵਾਹੀ ਖੇਤੀ ਰੋਟੀ ਪਾਣੀ ਚੱਲਦਾ ਸੀ। ਉਹਦੇ ਦੌਰਾਨ ਪਹਿਲਾਂ ਹੀ ਸ਼ੌਂਕ ਸੀ, ਚਲੋ ਚਲਾ ਗਿਆ। ਉਹ ਉਮਰ ਵੈਸੇ ਵਿਦਿਆਰਥੀ ਦੀ ਉਮਰ ਨਹੀਂ ਹੁੰਦੀ,
ਵਿਦਿਆਰਥੀ ਦੀ ਉਮਰ 15-20 ਸਾਲ ਹੁੰਦੀ, ਉਦੋਂ ਸਿੱਖ ਸਕਦਾ ਬੰਦਾ 10 ਸਾਲ ਲਾਏ ਤਾਂ ਉਹਨਾਂ ਨਾਲ ਕੁਦਰਤੀ ਮੇਰਾ ਇੱਥੇ ਸਨੇਹ ਬਣ ਗਿਆ। ਜਦੋਂ ਇੱਥੇ ਆਏ ਸੀ ਤਾਂ ਉਹਨਾਂ ਨੇ ਕਿਹਾ ਵੀ ਤੂੰ ਜਦੋਂ ਨਗਰ ਠਰਵੇ ਵੀ ਆਉਂਦੇ ਸੀ ਉੱਥੇ ਵੀ ਕਹਿੰਦੇ ਸੀ ਤੂੰ ਉੱਥੇ ਆ। ਚਲੋ ਮੈਂ ਚਲਾ ਗਿਆ, ਪਰ ਉਦੋਂ ਢਿੱਲੇ ਸੀ ਉਹ ਸਰੀਰ ਕਰਕੇ। ਇੱਕ ਦਿਨ ਮੰਜੇ ਤੇ ਬੈਠੇ ਸੀ ਬਾਹਰ ਧਰੇਕ ਦੇ ਥੱਲੇ, ਤੇ ਮੇਰੀ ਆਦਤ ਸੀ ਕਦੀ ਕਦੀ ਉਹਨਾਂ ਦੇ ਕੋਲ ਜਾ ਕੇ ਬਹਿਣਾ। ਮੈਂ ਜਾ ਕੇ ਫਤਿਹ ਬੁਲਾਈ, ਬੈਠ ਗਿਆ। ਮੈਨੂੰ ਕਹਿੰਦੇ ਨੇ ਤੂੰ ਲੇਟ ਬੜਾ ਆਇਆ, ਲੇਟ ਬੜਾ ਹੋ ਗਿਆ ਤੇ ਜਲਦੀ ਕਰ ਲੈ। ਹੁਣ ਮੈਨੂੰ ਉਸ ਗੱਲ ਦੀ ਸਮਝ ਨਹੀਂ ਆਈ, ਲੇਟ ਹੋ ਗਿਆ ਉਹਦਾ ਮਤਲਬ ਇਹ ਸੀ ਕਿ ਉਹਦੇ ਤੋਂ ਕੁਝ ਮਹੀਨੇ ਬਾਅਦ ਹੀ ਉਹਨਾਂ ਨੇ ਸਰੀਰ ਛੱਡ ਦਿੱਤਾ ਸੀ। ਤੂੰ ਲੇਟ ਬੜਾ ਹੋ ਗਿਆ, ਥੋੜੀ ਜੀ ਜਲਦੀ ਕਰ ਲੈ। ਤੇ ਅਸੀਂ ਆਮ ਬੰਦੇ ਹੀ ਕਹਿੰਦੇ ਆ ਜੀ ਕਿਰਪਾ ਕਰੋ ਵੀ 4 ਅੱਖਰ ਆ ਜਾਣ, ਲੋਕਾਂ ਦੇ ਵਿੱਚ ਬੋਲੀਏ। ਪਹਿਲੀ ਗੱਲ ਤਾਂ ਸਾਡੇ ਵਿੱਚ ਹੀ ਇੱਥੇ ਤੁਸੀਂ ਵਿੱਚ ਸਰੀਰ ਕੁਝ ਬੈਠੇ ਵੀ ਹੋਣਗੇ, ਸਾਡੇ ਚਾਚੇ ਤਾਏ ਨੇ ਸਾਰੇ, ਕਈ ਕਹਿੰਦੇ ਵੀ ਸਨ ਵੀ ਇਹ ਬੰਦਾ ਜਾਏਗਾ, ਇਹ ਕਿਤੇ ਸਟੇਜ ਤੇ ਬੋਲੇਗਾ। ਇਹ ਨਹੀਂ ਹੋ ਸਕਦਾ, ਕਿਉਂਕਿ ਇਹ ਤੇ ਕਦੀ ਪਿੰਡ ਵੀ ਘੱਟ ਹੀ ਆਉਂਦਾ ਹੈ। ਇਹਦੇ 10 ਬੰਦੇ ਬੈਠੇ ਹੋਣਾ, ਉਹਨਾਂ ਵਿੱਚ ਗੱਲ ਨਹੀਂ ਕਰ ਸਕਦਾ। ਤਾਂ ਉਹਨਾਂ ਨੇ ਉਹ ਠੀਕ ਹੀ ਕਿਹਾ ਸੀ, ਕਹਿੰਦੇ ਤੂੰ ਜਲਦੀ ਕਰ। ਤੇ ਮੈਂ ਝਾਕੇ ਵਿੱਚ ਇੱਕ ਗੱਲ ਕੀਤੀ, ਮੈਂ ਕਿਹਾ ਬਾਬਾ ਜੀ ਯਤਨ ਕਰ ਰਿਹਾ, ਪੜ੍ਹ ਰਿਹਾ, ਜੇ ਮੈਂ ਅੱਗੋਂ ਕਹਿਣਾ ਸੀ ਜੇ ਹੋ ਸਕਿਆ ਤੇ ਸਿੱਖ ਲਾਂਗਾ। ਜਦੋਂ ਮੈਂ ਜੇ ਕਿਹਾ ਨਾ, ਕਹਿੰਦੇ ਚੁੱਪ ਕਰ। ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਜੇ ਨਹੀਂ ਕਹਿਣਾ। ਮੈਂ ਕਿਹਾ ਕਿਉਂ? ਕਹਿੰਦੇ ਜੇ ਸ਼ੱਕ ਨੂੰ ਜਨਮ ਦਿੰਦਾ ਹੈ। ਜੇ ਸ਼ਬਦ ਜਿਹੜਾ ਹੈ ਵੀ ਜੇ ਹੋਇਆ ਤੇ ਹੋ ਜਾਏਗਾ, ਜੇ ਨਾ ਹੋਇਆ ਤੇ ਨਾ ਹੋਵੇਗਾ। ਜੇ ਸ਼ੱਕ ਨੂੰ ਜਨਮ ਦਿੰਦਾ ਹੈ। ਤੂੰ ਜੇ ਨਹੀਂ ਕਹਿਣਾ, ਤੂੰ ਕਹਿਣਾ ਮੈਂ ਕਰਨਾ ਹੀ ਕਰਨਾ, ਮੈਂ ਸਿੱਖਣਾ ਹੀ ਸਿੱਖਣਾ, ਮੈਂ ਬੋਲਣਾ ਹੀ ਬੋਲਣਾ ਹੈ। ਬਸ ਉਹ ਬਚਨ ਸੀ ਉਹਨਾਂ ਦਾ। ਵਿਸ਼ਵਾਸ ਕੀ ਹੈ? ਵਿਸ਼ਵਾਸ ਇਹ ਕਹਿੰਦਾ ਹੈ, ਇੱਕ ਦੂਜਾ ਪੱਖ ਹੈ, ਕਰਨਾ ਗੁਰੂ ਨੇ ਹੈ। ਇੱਥੇ ਇਹ ਵੀ ਧਿਆਨ ਰੱਖਣਾ, ਗੁਰਬਾਣੀ ਕਈ ਪੱਖਾਂ ਵਿੱਚ ਕੰਮ ਕਰਦੀ ਹੈ। ਜਦੋਂ ਅਸੀਂ ਅੱਧਾ ਪੜ੍ਹਦੇ ਹਾਂ ਨਾ, ਅੱਧੇ ਪੜ੍ਹੇ ਲੋਕ ਸਾਡੇ ਕੁਝ ਨੇ ਜਿਹੜੇ ਅੱਜ ਵੱਡੀਆਂ ਵੱਡੀਆਂ ਭੀੜਾਂ ਨੂੰ ਪਿੱਛੇ ਲਾ ਕੇ ਤੁਰੇ ਸਨ, ਜਿਹੜੇ ਜਿਨ੍ਹਾਂ ਨੇ ਆਪਣੇ ਨਾਵਾਂ ਦੇ ਤਖੱਲਸ ਵੀ ਬਦਲ ਲਏ। ਪੜ੍ਹਿਆ ਉਹਨਾਂ ਨੇ ਕੱਖ ਵੀ ਨਹੀਂ। ਉਹ ਇੱਕ ਗੱਲ ਤੇ ਕਹਿੰਦੇ ਜੋ ਤੁਹਾਡਾ ਤੁਸੀਂ ਕਰ ਸਕਦੇ ਹੋ ਉਹ ਹੀ ਕਰ ਸਕਦੇ ਹੋ, ਹੋਰ ਕੁਝ ਨਹੀਂ ਹੋ ਸਕਦਾ। ਇੱਕ ਪੱਖ ਹੈ ਕਿ ਜਿਹੜਾ ਕੰਮ ਕਰਨਾ ਹੈ, ਗੁਰੂ ਸਾਹਿਬ ਕਹਿੰਦੇ ਪੂਰੇ ਵਿਸ਼ਵਾਸ ਨਾਲ ਕਰ। ਪਰ ਇੱਕ ਗੱਲ ਯਾਦ ਰੱਖੀ, ਵਿਸ਼ਵਾਸ ਤੇਰੇ ਨੇ ਕੰਮ ਕਰਨਾ ਹੈ ਤੇ ਕਿਰਪਾ ਗੁਰੂ ਦੀ ਨੇ ਕੰਮ ਕਰਨਾ ਹੈ। ਤੂੰ ਜੇ ਵਿਸ਼ਵਾਸ ਕਰ ਲਿਆ ਤੇ ਅਰਦਾਸ ਜ਼ਰੂਰ ਕਰੀ। ਜਿੰਨਾ ਚਿਰ ਉਹਨੇ ਕਿਰਪਾ ਨਾ ਕੀਤੀ ਉਹਨਾਂ ਚਿਰ ਤੇਰਾ ਵਿਸ਼ਵਾਸ ਵੀ ਕੰਮ ਨਹੀਂ ਕਰਨਾ, ਤੇ ਜਿੰਨਾ ਚਿਰ ਤੂੰ ਵਿਸ਼ਵਾਸ ਨਾ ਕੀਤਾ ਤੇਰੇ ਗੁਰੂ ਨੇ ਤੇਰੀ ਕਿਰਪਾ ਜਿਹੜੀ ਹੈ, ਜੇ ਉਹਨੇ ਕਿਰਪਾ ਕਰਨੀ ਵੀ ਹੈ ਤੇ ਕਿਰਪਾ ਕਰਕੇ ਪਹਿਲਾਂ ਤੇਰੇ ਅੰਦਰ ਵਿਸ਼ਵਾਸ ਪੈਦਾ ਕਰਨਾ ਤੇ ਤਾਂ ਕਿਰਪਾ ਹੋਣੀ, ਉਹਦੇ ਤੋਂ ਪਹਿਲਾਂ ਕਿਰਪਾ ਹੋ ਹੀ ਨਹੀਂ ਸਕਦੀ। ਮੈਂ ਗੱਲ ਥੋੜੀ ਜਿਹੀ ਗੁੰਝਲਦਾਰ ਕਹਿ ਗਿਆ, ਕਿਉਂਕਿ ਆਪਾਂ ਇਹ ਨਹੀਂ ਕਹਿ ਸਕਦੇ ਵੀ ਗੁਰੂ ਕੁਝ ਨਹੀਂ ਕਰ ਸਕਦਾ। ਗੁਰੂ ਵਿਸ਼ਵਾਸ ਪੈਦਾ ਕਰਦਾ ਸਿੱਖ ਦੇ ਵਿੱਚ। ਸੱਚ ਜਾਣੋ, ਜਿੱਦਣ ਦੂਜੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਜੀ ਨੇ ਚੰਦੋਆ ਨਹੀਂ ਸੀ ਲਾਇਆ, ਕਦੀ ਤਖਤ ਵੀ ਨਹੀਂ ਸੀ ਲਾਇਆ, ਮੰਜੀ ਤੇ ਬਹਿੰਦੇ ਹੁੰਦੇ ਸੀ। ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖੋ, ਮੰਜੀ ਬੈਠ ਕੀਆ ਅਵਤਾਰਾ। ਮੰਜੀ ਤੇ ਬਹਿੰਦੇ ਸੀ, ਸਾਦੇ ਕੱਪੜੇ ਪਰਨਾ ਬੰਨ੍ਹਦੇ ਸੀ ਤੇ ਕੰਮ ਵਾਹੀ ਖੇਤੀ 17 ਸਾਲ ਉਹਨਾਂ ਖੇਤੀ ਕੀਤੀ ਕਰਤਾਰਪੁਰ ਸਾਹਿਬ ਵਿੱਚ, ਜਿਹੜਾ ਪਾਕਿਸਤਾਨ ਹੈ। ਜਿੱਦਣ ਉਹਨਾਂ ਨੇ ਪਰਿਕਰਮਾ ਕਰਕੇ, ਗੁਰੂ ਅੰਗਦ ਦੇਵ ਜੀ ਦੀ ਪਰਿਕਰਮਾ ਕਰਕੇ, ਤੇ ਜਿੰਨੀ ਬਾਣੀ ਸੀ ਉਹਨਾਂ ਦੇ ਕੋਲ, ਉਹ ਸਾਰੀ ਬਾਣੀ ਜਦੋਂ ਉਹਨਾਂ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਨਾ, ਤੇ ਕਿਹਾ ਅੱਜ ਤੋਂ ਤੂੰ ਲੈਣਾ ਨਹੀਂ, ਤੂੰ ਅੰਗਦ ਹੈ। ਅੰਗਦ ਦਾ ਮਤਲਬ ਕੀ ਸੀ? ਅੱਜ ਤੋਂ ਤੂੰ ਮੇਰਾ ਅੰਗ ਹੈ, ਸ਼ਬਦ ਮੇਰੇ ਹੋਣਗੇ, ਕਲਾ ਮੇਰੀ ਹੋਏਗੀ ਤੇ ਸਰੀਰ ਤੇਰਾ ਵਰਤੇਗਾ, ਤੂੰ ਮੇਰਾ ਅੰਗ ਬਣ ਗਿਆ, ਮੈਂ ਤੇਰੇ ਰਾਹੀਂ ਲੋਕਾਂ ਨਾਲ ਗੱਲ ਕਰਾਂਗਾ। ਅੰਗਦ ਬਣਾ ਕੇ ਫਿਰ ਇੱਕ ਹੋਰ ਗੱਲ ਕਹੀ, ਕਹਿੰਦੇ ਇੱਕ ਕੰਮ ਕਰ, ਹੁਣ ਸਿੰਘਾਸਨ ਲਾ, ਚੰਦੋਆ ਲਾ,
ਚੌਰ ਵਾਲਾ ਬੰਦਾ ਉੱਤੇ ਚਾਹੀਦਾ। ਜਿੱਥੇ ਜਾਏ 2 4 10 ਬੰਦੇ ਤੇਰੇ ਅੱਗੇ ਪਿੱਛੇ ਤੁਰਨੇ ਚਾਹੀਦੇ ਨੇ। ਗੁਰੂ ਅੰਗਦ ਦੇਵ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਤਾਂ ਇਸ ਤਰ੍ਹਾਂ ਨਹੀਂ ਸੀ ਕਰਦੇ, ਮੈਨੂੰ ਮੈਂ ਨਹੀਂ ਕਰਨਾ ਹੈ। ਤੁਸੀਂ ਤਾਂ ਜਿੱਧਰ ਤੁਰਦੇ ਸੀ ਇਕੱਲੇ ਭਾਈ ਮਰਦਾਨਾ ਜੀ 50 ਸਾਲ ਤੁਸੀਂ ਲਾਤੇ ਨੇ, ਮੈਂ ਕਿਵੇਂ ਕਰਾਂ, ਮੈਨੂੰ ਕੀ ਜ਼ਰੂਰਤ ਪੈ ਗਈ। ਸਤਿਗੁਰੂ ਨੇ ਕਿਹਾ ਸੀ, ਲੈਣਿਆ ਕੁਝ ਲੋਕ ਆਉਣਗੇ 100 ਦੇ ਵਿੱਚੋਂ 10 ਜਿਹੜੇ ਤੈਨੂੰ ਵੇਖਣਗੇ, ਜਿਨ੍ਹਾਂ ਨੇ ਤੇਰੇ ਵੱਲੋਂ ਵੇਖਣਾ ਹੈ। ਬਾਕੀ ਦੇ 90 ਉਹ ਵੀ ਆਉਣੇ ਨੇ ਜਿਨ੍ਹਾਂ ਇਹ ਵੇਖਣਾ ਹੈ ਵੀ ਇਹ ਗੁਰੂ ਕਿੱਡੇ ਕੁ ਤਖਤ ਤੇ ਬੈਠਾ ਹੋਇਆ। ਉਹਨਾਂ ਤਖਤ ਪਹਿਲਾਂ ਵੇਖਣਾ, ਤੈਨੂੰ ਬਾਅਦ ਵਿੱਚ ਵੇਖਣਾ। ਉਹਨਾਂ ਚੌਰ ਪਹਿਲਾਂ ਵੇਖਣਾ, ਤੈਨੂੰ ਬਾਅਦ ਵਿੱਚ ਵੇਖਣਾ। ਉਹਨਾਂ ਚੰਦੋਆ ਪਹਿਲਾਂ ਵੇਖਣਾ, ਤੈਨੂੰ ਬਾਅਦ ਵਿੱਚ ਵੇਖਣਾ। ਦੁਨੀਆ ਵਿੱਚ ਇਸ ਤਰ੍ਹਾਂ ਹੁੰਦਾ ਹੈ। ਐਡਵਰਟਾਈਜ਼ਮੈਂਟ, ਔਰ ਇਹ ਮਾੜੀ ਚੀਜ਼ ਨਹੀਂ ਹੈ। ਕਈ ਲੋਕ ਇਹਦੇ ਉੱਤੇ ਸ਼ੰਕਾ ਕਰ ਲੈਂਦੇ ਵੀ ਇਹ ਫਲਾਹ ਕਰ ਦਿਓ, ਤੁਸੀਂ ਵਿਖਾਵਾ ਕਰ ਦਿਓ। ਨਹੀਂ, ਸਤਿਗੁਰੂ ਜੀ ਜਿੱਥੇ ਜਾਣ। ਸਾਡੇ ਵਿੱਚ ਅੱਜ ਕਈ ਲੋਕ ਕਹਿੰਦੇ ਗੁਰੂ ਗ੍ਰੰਥ ਸਾਹਿਬ ਤੇ ਇਕੱਲਾ ਗਿਆਨ ਹੈ, ਇੰਨਾ ਅਡੰਬਰ ਕਿਉਂ ਕਰਦੇ ਹੋ? ਸੱਚ ਜਾਣੋ। ਇਸ ਤਰ੍ਹਾਂ ਦੇ ਵੀ ਪੜ੍ਹੇ ਲਿਖੇ ਸਾਡੇ ਵਿੱਚ ਆ ਗਏ ਜਿਹੜੇ ਕਹਿੰਦੇ ਨੇ ਕਿ ਫੁੱਲ ਰੱਖਣ ਦੀ ਲੋੜ ਨਹੀਂ, ਅੱਗੇ ਸ਼ਸਤਰ ਰੱਖਣ ਦੀ ਲੋੜ ਨਹੀਂ। ਕਈਆਂ ਨੇ ਤੇ ਇੱਕ ਥਾਂ ਤੇ ਮੈਂ ਪ੍ਰਕਾਸ਼ ਵੇਖਿਆ, ਪਤਾ ਨਹੀਂ ਕਦੋਂ ਦਾ ਪੁਰਾਣਾ ਰੁਮਾਲਾ ਉਹਨਾਂ ਨੇ ਪਾਇਆ, ਤੇ ਸਾਰੇ ਪੜ੍ਹੇ ਲਿਖੇ ਬੰਦੇ, ਵਿਆਕਰਨ ਦੇ ਗਿਆਤਾ। ਮੈਂ ਪੁੱਛਿਆ ਆ ਕੀ ਕਰਦੇ ਨੇ? ਕਹਿੰਦੇ ਗਿਆਨ ਹੈ, ਗਿਆਨ ਪੜ੍ਹ ਕੇ ਸੁਣਾਓ। ਆਹ ਸਜਾਵਟਾਂ ਵਿੱਚ ਫਸਾਤਾ ਤੁਸੀਂ ਲੋਕਾਂ ਨੂੰ। ਮੈਂ ਕਿਹਾ ਭਲੇ ਮਾਨਸੋ, ਗਿਆਨ ਨੂੰ 100 ਵਿੱਚੋਂ 2 ਬੰਦੇ ਮੰਨਣਗੇ, ਤੇ ਗਿਆਨ ਦਾ ਵੀ ਸਤਿਕਾਰ ਕਰਨੇ ਆ। ਤੁਸੀਂ ਕਦੀ ਆਪਾਂ ਸਕੂਲ ਵਿੱਚ ਪੜ੍ਹਦੇ ਰਹੇ ਆ, ਹੁਣ ਤੇ ਸ਼ਾਇਦ ਹੈ ਕਿ ਨਹੀਂ ਹੈ। ਜਦੋਂ ਸਾਡੇ ਹੱਥ ਵਿੱਚੋਂ ਜ਼ਮੀਨ ਤੇ ਕਿਤਾਬ ਡਿੱਗ ਪੈਂਦੀ ਸੀ ਨਾ ਸਕੂਲ ਦੇ ਵਿੱਚ, ਤੇ ਮਾਸਟਰ ਕਹਿੰਦੇ ਸੀ ਇੱਕ ਵਾਰੀ ਮੱਥੇ ਨੂੰ ਲਾ ਇਹਨੂੰ, ਤਾਂ ਪੜ੍ਹਾਈ ਆਏਗੀ। ਸਤਿਕਾਰ ਤਾਂ ਬਣਦਾ ਨਾ। ਮੈਂ ਕਿਹਾ ਵੀ ਇਹ ਜਲੌ ਜਿਹੜਾ ਹੈ, ਗੁਰੂ ਸਾਹਿਬ ਜਾ ਰਹੇ ਨੇ, ਗੁਰੂ ਸਾਹਿਬ ਦੇ ਅੱਗੇ 4 ਬੰਦੇ ਜਾਣ, ਗੁਰੂ ਸਾਹਿਬ ਦੇ ਪਿੱਛੇ ਬੰਦੇ ਹੋਣ, ਅੱਗੇ ਨਗਾਰੇ ਵੱਜਦੇ ਜਾਣ, ਚੌਰ ਹੁੰਦਾ ਜਾਏ, ਸਾਰਾ ਮੀਡੀਆ ਆਵੇ, ਕੈਮਰੇ ਲੱਗੇ ਹੋਣ। ਜਿਨ੍ਹਾਂ ਨੇ ਮੰਨਣਾ ਉਹਨਾਂ ਤੇ ਬਾਣੀ ਪੜ੍ਹ ਕੇ ਮੰਨ ਲੈਣਾ। ਉਹ 100 ਚੋਂ 5 ਹੋਣਗੇ, 95 ਲੋਕ ਭੱਜ ਕੇ ਵੇਖਣਗੇ ਕੀ ਹੈ। ਕਿਉਂ? ਉਹਨਾਂ ਨੇ ਜਲੌ ਵੇਖਣਾ। ਜਲੌ ਬੜੀ ਵੱਡੀ ਚੀਜ਼ ਹੈ। ਐਡਵਰਟਾਈਜ਼ਮੈਂਟ ਬੜੀ ਵੱਡੀ ਚੀਜ਼ ਹੈ। ਹਾਂ, ਜਿਹੜੀ ਐਡਵਰਟਾਈਜ਼ਮੈਂਟ ਹੁੰਦੀ ਹੈ, ਜਿਹੜਾ ਜਲੌ ਹੁੰਦਾ ਹੈ, ਉਹਦੇ ਪਿੱਛੇ ਕਿਤੇ ਕੋਈ ਫਰੇਬ ਨਾ ਹੋਵੇ, ਕੋਈ ਵਿਖਾਵਾ ਨਾ ਹੋਵੇ, ਉਹਦੇ ਪਿੱਛੇ ਸਿਧਾਂਤ ਸ਼ਬਦ ਦਾ ਹੀ ਹੋਵੇ, ਫਿਰ ਉਹਦਾ ਲਾਭ ਹੈ। ਤੇ ਜੇ ਕੱਲੀਆਂ ਸਾਧ ਸੰਗਤ ਜੀ ਵਿਖਾਵੇ ਦੀਆਂ ਗੱਲਾਂ ਨੇ, ਫਿਰ ਵਿਖਾਵਾ ਗੁਰੂ ਸਾਹਿਬ ਨੂੰ ਨਹੀਂ ਪਾਉਂਦਾ। ਮਹਾਰਾਜ ਕਹਿੰਦੇ ਕੋਈ ਗਾਵੇ ਰਾਗੀ ਨਾਦੀ, ਬੇਦੀ ਪਉ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਅੰਦਰ ਗੱਲ ਹੋਵੇ ਤਾਂ। ਕਹਿਣ ਤੋਂ ਭਾਵ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਕਿ ਲੈਣਿਆ ਤੇਰੇ ਚੌਰ ਨੂੰ, ਤੇਰੇ ਜਲੌ ਨੂੰ ਬੜੇ ਲੋਕਾਂ ਨੇ ਵੇਖਣਾ ਹੈ, ਤੇ ਉਹਨਾਂ ਨੇ ਵੇਖ ਵੇਖ ਕੇ ਹੌਲੀ ਹੌਲੀ ਫਿਰ ਤੈਨੂੰ ਵੇਖਣਾ ਹੈ। ਆਪਾਂ ਵੀ ਆਉਂਦੇ ਆ ਨਾ, ਆਪਣੀ ਜ਼ਿੰਦਗੀ ਦਾ ਰਹੱਸ ਹੈ। ਇਸ ਸਥਾਨ ਤੇ ਮੈਂ ਕਈ ਸਰੀਰ ਵੇਖੇ ਨੇ ਜਿਹੜੇ ਆਏ ਸਨ, ਜਿਨ੍ਹਾਂ ਦੇ ਕੇਸ ਵੀ ਕੱਟੇ ਸਨ, ਜਿਹੜੇ ਨਸ਼ਾ ਵੀ ਕਰਦੇ ਸਨ। ਆਉਂਦੇ ਰਹੇ ਹੌਲੀ ਹੌਲੀ ਅੱਜ ਗੁਰੂ ਦੀ ਕਿਰਪਾ ਹੋ ਗਈ, ਨਿਤਨੇਮੀ ਬਣ ਗਏ ਨੇ, ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਅੰਮ੍ਰਿਤ ਛਕ ਲਿਆ। ਹੌਲੀ ਹੌਲੀ ਹੋਇਆ ਨਾ। ਕਿਉਂ? ਪਹਿਲਾਂ ਆਏ ਸਨ ਵੀ ਚਲੋ ਮੇਲਾ ਹੈ ਗੁਰੂ ਨਾਨਕ ਸਾਹਿਬ ਜੀ ਦਾ, ਪਹਿਲਾਂ ਮੇਲਾ ਵੇਖਣ ਆਏ, 1-2 ਸਾਲ ਮੇਲਾ ਵੇਖਿਆ, ਫਿਰ ਮਹੀਨੇ ਵਾਰੀ ਆਉਣ ਲੱਗ ਪਏ, ਫਿਰ ਕੁਝ ਨਾ ਕੁਝ ਸੁਣਨ ਦੀ ਗੱਲ ਸ਼ੁਰੂ ਹੋ ਗਈ। ਹੌਲੀ ਹੌਲੀ ਸੁਣਿਆ ਤੇ ਸ਼ਬਦ ਤੱਕ ਚਲੇ ਗਏ। ਇਹ ਸਾਧਨ ਨੇ ਸਾਧ ਸੰਗਤ ਜੀ। ਇਹ ਜਿਹੜੇ ਸਾਡੇ ਸਮਾਗਮ ਨੇ, ਇਹ ਸਾਧਨ ਬਣਦੇ ਨੇ। ਕਈ ਵਾਰੀ ਆਪਾਂ ਵੀ ਸੋਚ ਲੈਂਦੇ ਹਾਂ, ਸਾਡੇ ਵੀ ਲੋਕ ਕਈ ਵਾਰੀ, ਕਿਉਂਕਿ ਮੈਂ ਆਪ ਸੋਚਦਾ ਰਿਹਾ, ਜਦੋਂ ਸਾਡੇ ਹੱਥ ਦੇ ਵਿੱਚ ਦਾਇਰਾ ਸਾਡਾ ਇੰਨਾ ਕੁ ਸੀ, ਦਾਇਰੇ ਦੇ ਹਿਸਾਬ ਨਾਲ ਬੰਦਾ ਸੋਚਦਾ ਹੈ। ਮੈਂ ਵੀ ਉਹ ਸਮਾਂ ਹੰਢਾਇਆ ਜਦੋਂ ਮੇਰੇ ਹੱਥ ਵਿੱਚ 4 ਮੱਝਾਂ ਅੱਗੇ ਹੁੰਦੀਆਂ ਸਨ, ਡਾਂਗ ਫੜੀ ਹੁੰਦੀ ਸੀ ਤੇ ਹੱਥ ਵਿੱਚ ਪੱਲੀ ਹੁੰਦੀ ਸੀ ਪੱਠਿਆਂ ਵਾਲੀ। ਉਦੋਂ ਮੈਂ ਵੀ ਇਸ ਦਾਇਰੇ ਵਿੱਚ ਸੋਚਦਾ ਸਾਂ ਜੀ, ਇਹ ਕੀ ਕਰਦੇ ਨੇ ਜੀ, ਐਵੇਂ ਢਾਡੀ ਸੱਦ ਲੈਂਦੇ ਨੇ ਜੀ, ਰਾਗੀ ਸੱਦ ਲੈਂਦੇ। ਹੁਣ ਪਤਾ ਲੱਗਾ ਇਹ ਕੀ ਹੈ। ਬਾਣੀ ਵਿੱਚ ਸ਼ਬਦ ਆਇਆ
अपने सुख को कीनो मीत, बड़े राह ने गुरबाणी दे विच। किसे नूं नकारो ना, कोई किवें आउंदा उवें उहनूं आउण दिओ। नफरत नहीं, नफरत ने ते तोड़िया ही है, नफरत ने जोड़िया नहीं गुरु घर दे नाल। तुसीं वेख लिया पिछले समय दे विच हर एक गल ते तर्क, हर एक गल ते नफरत। आ की है, आ की है, भोले भाले लोगों नूं विचारियां नूं कर दिता। ਉਹ ਭਾਈ जुड़न दो इन्हां नूं किसी तरीके नाल। कोई बाणी कहती है अपने सुख को कीनो मीत। हे सच्चे पातशाह, मैं तेनों अपने सुखां वास्ते मित्र बनाया सी, मैं तेरे नाल प्यार करन वास्ते तेरा सिख नहीं सी बनिया। मैं सोचा सी 4 अखर बोलांगे लोकी 4 पैसे देणगे, वधिया बन जाएगा, इहदे वास्ते लगा सी। पर जदों तेरे कोल आया, जदों तेरे कोल आके वेख्या तू ते गुरु दे कोलों रेता मंगदा फिरना, गुरु दे कोल ते हीरे भरे पे ने। ये बाद विच हीरे दिसणगे, पहला रेत ही मंगेगा बंदा, पहला पदार्थ ही मंगेगा। पदार्थ दी भी अरदास है। इस करके सिੱਖੀ दे विच अज कई लोग कहते हैं ये पुजारीवाद है, ये तो व्यापार है, गुरु अगे खलो के लैना ला के अरदासां कर दिओ, इहदी की लोड़ है। वो नहीं, इन्होंने इतिहास ही नहीं पढ़िया। गुरु नानक दे घर दे विच एक नां आउंदा इतिहास दे विच, उहनूं कहंदे ने मेवड़ा। मेवड़ा उच्ची बोल के अरदास कहंदा सी, फलाणे पिंड दी संगत ने गुरु घर विच आ भेजिया, फलाणे पिंड दी संगत ने गुरु घर विच आ शस्त्र भेजिया, घोड़ा भेजिया, आ दशाला भेजिया। क्यों? क्योंकि वो सुन के होरां दे मन विच चाह बनदा सी ते धर्म दा वाधा बनदा सी। इहदे विच विखावा कोई नहीं। गल साध संगत जी अंदरली कुंडी दी है। जे तां मन शुद्ध है, हर एक कर्म शुद्ध हुंदा जाएगा। ते जे मन दे विच कुंडियां ने ते फिर भावें पाठ भी हज़ारां करी जाओ, फिर उन्हां ने भी कुछ नहीं सवारना। हाँ, मैं इत्थे नास्तिक पक्ष विच ना लैके जावां। कई इत्थे कहंदे पाठ करन दा फायदा कोई नहीं। पाठ करो जरूर, कदी ना कदी वो मोड़ देगा जीवन नूं, पर कुछ ना कुछ बंदे दी भी जिम्मेवारी है। ये अपने सुख को कीनो मीत, पहला पदार्थ ही मंगेगा, पहला संसार। क्योंकि पदार्थ 2 प्रकार का है। एक पदार्थ है जिहदा संबंध साडे शरीर नाल है। जिन्ना चिर साडा शरीर रहना साध संगत जी, इस सारे कुछ ने उन्ना चिर रहना है। आज जो नज़र आ रहा ना, जो साडे ना 4 पैसे ने बैंक दे विच, जो 4 किले ने, ये बाणी पढ़ के वेखो किन्ना चिर ने। अज बैठे हैं ना भी इन्ने किले ने मेरे को, ये उन्ना चिर ने जिन्ना चिर शरीर दे विच जोत वरत रही है। जोत निकल गई ते जोत निकलदियां सार किसी के कहण तो बिना सरकार का कानून है, उस वेले उहदे नां तो सारी जायदाद लैके बच्चों के नां लग जाती है। फिर जायदाद किहदे नां लगी हुई है? शरीर दे लगी है? शरीर दे नहीं लगी। शरीर दे हुंदियां ही जायदाद शरीर दे नां तो लै जाती है। जायदाद साडे नां ते लगी है जोत करके, जो अंदर जोत वरत रही है। पर साडी जिंदगी का भुलेखा ते अज्ञान ते हनेरा ये है, आपां फिजिकल शरीरक जिंदगी नूं ही सारी जिंदगी समझ लैने आ। इहदे तो अगे असीं तुरदे नहीं, शब्द ते सुरत दे मार्ग ते असीं तुरदे नहीं। शब्द ते सुरत दा मार्ग है गुरु साहब दा। गुरु की बाणी ते सिख दी सुरत याद रखो। जे गुरु शब्द है तो चेला शरीर नहीं हुंदा। फिर इत्थे आके असीं भुलेखा खा गए। गुरु शब्द है तो शब्द कई पक्षां दे विच काम करदा है। 5 मिनट मैं थोड़ी जी इहदे ते गल कर दियां। शब्द कई पक्षां इहदे विच भुलेखा है। कई शब्द नूं बौद्धिक ज्ञान कहंदे ने। जिहड़ा शब्द है ना, बुद्धि का एक ज्ञान है। जदों वो असीं बुद्धि के तल ते बाणी नूं पढ़ने आ ते बौद्धिक ज्ञान हुंदा है। उदों बाणी एक बौद्धिक ज्ञान है। पर जदों शब्द जिहड़ा आत्मा के तल ते जांदा है, उदों नाद बन जाता है। उदों नाद दे विच फिर सुरत जुड़दी है।
ਸੁਰਤ ਕਦੀ ਵਿਚਾਰਦੀ ਨਹੀਂ, ਬੁੱਧੀ ਹੀ ਵਿਚਾਰ ਸਕਦੀ ਹੈ। ਇਸ ਲਈ ਦੋ ਤਲ ਨੇ ਸ਼ਬਦ ਦੇ, ਇੱਕ ਬੌਧਿਕ ਤਲ, ਇੱਕ ਨਾਦਿਕ ਤਲ। ਨਾਦ ਦਾ ਮਤਲਬ ਹੈ ਉਦੋਂ ਕੋਈ ਵਿਚਾਰ ਨਹੀਂ ਚੱਲਦਾ, ਉਦੋਂ ਅੰਦਰ ਵਿਚਾਰ ਖਤਮ ਹੋ ਜਾਂਦੇ ਨੇ, ਕੇਵਲ ਆਵਾਜ਼ ਦੇ ਵਿੱਚ ਸੁਰਤੀ ਜੁੜਦੀ ਹੈ ਔਰ ਮਨੁੱਖ ਦਾ ਜੀਵਨ ਉਹ ਤਬਦੀਲ ਕਰਕੇ ਰੱਖ ਦਿੰਦਾ ਸ਼ਬਦ ਜਿਹੜਾ। ਇਹ ਉਦਾਹਰਨਾਂ ਨੇ, ਬੜੇ ਲੋਕ ਨੇ ਜਿਨ੍ਹਾਂ ਨੂੰ ਅਰਥ ਨਹੀਂ ਸੁਣਾਉਂਦੇ। ਮੈਂ ਇਹਦੇ ਹੱਕ ਵਿੱਚ ਨਹੀਂ ਕਿ ਅਰਥ ਨਹੀਂ ਆਉਣੇ ਚਾਹੀਦੇ, ਅਰਥ ਤਾਂ ਆਉਣੇ ਚਾਹੀਦੇ ਨੇ। ਮੇਰੇ ਤੇ ਮਨ ਵਿੱਚ ਜਿੰਨੀ ਕੋਈ ਇੱਛਾ ਹੈ, ਹੋਰ ਵੀ ਹੈ ਕਾਫੀ, ਪਰ ਉਹਨੂੰ ਸਹਿਯੋਗ ਦੀ ਗੱਲ ਹੈ, ਕਿੰਨਾ ਕੁ ਮਿਲਦਾ ਹੈ। ਮੇਰਾ ਤਾਂ ਇਹ ਵੀ ਮਨ ਘੱਟੋ ਘੱਟ ਜਪਜੀ ਸਾਹਿਬ ਦਾ ਸੰਗਤ ਨੂੰ ਅਰਥ ਬੋਧ ਜ਼ਰੂਰ ਹੋਵੇ, ਭਾਵੇਂ ਇੱਕ ਹਫ਼ਤੇ ਦਾ ਆਪਾਂ ਕਿਤੇ, ਜਿਵੇਂ ਆਹ ਸਮਾਗਮ ਆਪਾਂ 5-4 ਦਿਨ ਦਾ ਰੱਖਦੇ ਹਾਂ, ਵੀ ਜਪਜੀ ਸਾਹਿਬ ਦੀ ਸੰਥਿਆ ਵੀ ਹੋਵੇ ਔਰ ਅਰਥ ਬੋਧ ਵੀ ਹੋਵੇ। ਸੰਗਤ ਨੂੰ ਪਹਿਲਾਂ ਸਿਲੈਕਟ ਕੀਤਾ ਜਾਏ ਤੇ ਜਪਜੀ ਸਾਹਿਬ ਦਾ ਅਰਥ ਬੋਧ ਕਰਾਇਆ ਜਾਵੇ, ਬਾਣੀ ਕਹਿ ਕੀ ਰਹੀ। ਇਹ ਬੌਧਿਕ ਤਲ ਤੇ ਹੈ, ਪਰ ਸਾਧ ਸੰਗਤ ਜੀ ਉਦੋਂ ਵੀ ਬਾਣੀ ਅਸਰ ਕਰ ਜਾਂਦੀ ਹੈ ਜਦੋਂ ਮਨੁੱਖ ਨੂੰ ਬਾਣੀ ਦੇ ਅਰਥ ਨਹੀਂ ਆਉਂਦੇ। ਦੋਵੇਂ ਪੱਖ ਨੇ। ਅਸੀਂ ਪੱਖ ਕੱਟਣ ਦੇ ਆਦੀ ਹੋ ਗਏ ਹਾਂ, ਇਸ ਕਰਕੇ ਅਸੀਂ ਗੁਰਬਾਣੀ ਦੇ ਅਰਥਾਂ ਦੇ ਸੰਬੰਧ ਵਿੱਚ ਮਧਰੇ ਰਹਿ ਗਏ ਹਾਂ, ਬਿਲਕੁਲ ਕਮਜ਼ੋਰ ਪੈ ਗਏ। ਬਾਣੀ ਕਈ ਪੱਖਾਂ ਵਿੱਚ ਅਰਥ ਰੱਖਦੀ। ਜਦੋਂ ਵਿਚਾਰਨਾ ਉਦੋਂ ਵਿਚਾਰ ਹੈ, ਜਦੋਂ ਪ੍ਰੇਮ ਦੀ ਦੁਨੀਆ, ਪ੍ਰੇਮ ਦੇ ਵਿੱਚ ਕੋਈ ਵਿਚਾਰ ਨਹੀਂ ਹੁੰਦਾ, ਪ੍ਰੇਮ ਨਿਰਵਿਚਾਰ ਹੁੰਦਾ ਹੈ। ਉੱਥੇ ਸਿਰਫ ਆਨੰਦ ਹੁੰਦਾ ਹੈ, ਉੱਥੇ ਸਿਰਫ ਰਸ ਹੁੰਦਾ ਹੈ, ਉੱਥੇ ਹੋਰ ਕੋਈ ਵਿਚਾਰ ਨਹੀਂ ਚੱਲਦਾ। ਉਹਨੂੰ ਕਹਿੰਦੇ ਨੇ ਸਿੱਖ ਦੀ ਸੁਰਤ ਸ਼ਬਦ ਦੇ ਵਿੱਚ ਲੀਨ ਹੋ ਗਈ ਹੈ, ਤਾਂ ਉਦੋਂ ਆਨੰਦ ਸ਼ੁਰੂ ਹੁੰਦਾ ਹੈ। ਤਾਂ ਇਸ ਤਰ੍ਹਾਂ ਆਪਣੇ ਸੁਖ ਕੋ ਕੀਨੋ ਮੀਤ, ਪਹਿਲਾਂ ਗੁਰੂ ਕੋਲ ਆਵੇਗਾ ਮਨੁੱਖ ਸੁਖ ਵਾਸਤੇ, ਪਰ ਹੁਣ ਇਹ ਅੱਗੇ ਜ਼ਿੰਮੇਵਾਰੀ ਕਿਹਨਾਂ ਦੀ ਹੈ? ਹੁਣ ਜਿਹੜਾ ਸਾਡਾ ਮਹਿਕਮਾ ਅਸੀਂ ਹਾਂ, ਉਹਦੇ ਵਿੱਚ ਅਸੀਂ ਪ੍ਰਬੰਧਕ ਵੀ ਆ ਜਾਂਦੇ ਹਾਂ, ਤੇ ਅਸੀਂ ਸਟੇਜਾਂ ਤੇ ਬੋਲਣ ਵਾਲੇ ਵਿਆਖਿਆਕਾਰ ਵੀ ਆ ਜਾਂਦੇ ਹਾਂ, ਤੇ ਕੀਰਤਨੀ ਸਿੰਘ, ਗ੍ਰੰਥੀ ਸਿੰਘ ਸਾਰੇ ਆ ਜਾਂਦੇ ਨੇ। ਹੁਣ ਸਾਡੇ ਮਨ ਵਿੱਚ ਸ਼ੌਂਕ ਕਿੰਨਾ ਕੁ ਹੈ ਕਿ ਇਸ ਆਏ ਹੋਏ ਆਵਾਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੱਕ ਕਿਵੇਂ ਲੈ ਕੇ ਜਾਣਾ ਹੈ। ਆਇਆ ਭਾਵੇਂ ਕਿਹੜੇ ਪੱਖ ਦੇ ਵਿੱਚ ਹੈ, ਉਹ ਸਾਡੇ ਤੇ ਨਿਰਭਰ ਕਰਦਾ ਹੈ। ਸਾਡੀ ਡਿਊਟੀ ਲਾਈ ਹੈ ਗੁਰੂ ਸਾਹਿਬ ਨੇ। ਯਾਦ ਰੱਖੋ, ਸਿੱਖੀ ਆਪ ਕਮਾਉਣੀ ਤਾਂ ਇੱਕ ਬੜਾ ਵੱਡਾ ਭਾਗ ਹੈ, ਪਰ ਗੁਰੂ ਗੋਬਿੰਦ ਸਿੰਘ ਨੇ ਅਖੀਰ ਨੂੰ ਇਹ ਵੀ ਪੁੱਛਣਾ, ਸਿੱਖਾ ਜਿਹੜੀ ਸਿੱਖੀ ਤੈਨੂੰ ਦਿੱਤੀ ਸੀ, ਦੱਸ ਤੂੰ ਹੋਰ ਕਿੰਨਿਆਂ ਕੁ ਤੱਕ ਲੈ ਕੇ ਗਿਆ। ਅਸੀਂ ਝਟ ਕਹਿ ਦਿੰਦੇ ਹਾਂ ਬਾਹਰ ਨਿਕਲ ਕੇ, ਉਹ ਕਿੰਨੇ ਸੁਣਨਾ ਹੈ, ਇਹ ਤੇ 1 ਦਿਨ 2 ਦਿਨ ਦੀਆਂ ਗੱਲਾਂ ਨੇ, ਫਿਰ ਉਹੀ ਗੱਲਾਂ ਚੱਲ ਪੈਣੀਆਂ। ਉਹ ਭਾਈ ਕਿਉਂ ਗੱਲਾਂ ਚੱਲ ਪੈਣੀਆਂ? ਆਪਾਂ ਗੁਰੂ ਦੀ ਗੱਲ ਨਹੀਂ ਕਰ ਸਕਦੇ? ਆਪਾਂ ਸਾਰਾ ਦਿਨ ਟਾਈਮ ਕੱਢ ਕੇ ਗੁਰੂ ਘਰ ਵਿੱਚ ਆਉਂਦੇ ਹਾਂ, ਸ਼ਾਮ ਨੂੰ ਹਿਸਾਬ ਲਾ ਕੇ ਜਾਈ ਸਾਰਾ ਦਿਨ ਕਿਹੜੀਆਂ ਗੱਲਾਂ ਕਰਦੇ ਰਹੇ ਅਸੀਂ। ਇਹ ਤਾਂ ਅਸੀਂ ਉੱਥੇ ਵੀ ਬਹਿ ਕੇ ਕਰ ਲੈਣੇ ਸੀ, ਘਰ ਵਿੱਚ, ਬਾਹਰ ਆਪਣੇ ਰੁੱਖ ਥੱਲੇ ਬਹਿ ਕੇ ਵੀ ਕਰ ਲੈਣੇ ਸੀ, ਵੀ ਘੱਟੋ ਘੱਟ ਇੱਥੇ ਕੋਈ ਨਾ ਕੋਈ। ਪਰ ਉਹਦਾ ਸਾਧਨ ਤੇ ਫਿਰ ਅਸੀਂ ਸ਼ੁਰੂ ਕਰਨਾ ਹੈ ਨਾ, ਤੇ ਸਰੋਤਾ ਸੁਣੇਗਾ, ਫਿਰ ਉਹਦਾ ਵਿਕਾਸ ਹੋਵੇਗਾ, ਉਹ ਅੱਗੇ ਵਧੇਗਾ। ਜਿਹੜੀ ਵਿੱਦਿਆ ਹੈ ਇਹ ਸਾਡੀ ਸਿਰਫ ਰਹਿ ਗਈ ਹੈ ਸਕੂਲਾਂ ਤੱਕ, ਤੇ ਜਿਹੜੇ ਸਾਡੇ ਸਕੂਲ ਨੇ ਉਹਨਾਂ ਦੇ ਵਿੱਚ ਵੀ ਅੰਗਰੇਜ਼ੀ ਮੀਡੀਅਮ ਇੰਨੇ ਛਾ ਗਏ ਨੇ। ਸੱਚ ਜਾਣੋ, ਸਕੂਲ ਦਾ ਨਾਂ ਹੁੰਦਾ ਗੁਰੂ ਨਾਨਕ ਦੇ ਨਾਂ ਤੇ ਹੋਰ ਕਿਸੇ ਨਾਂ ਤੇ ਉੱਥੇ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਦਿੱਤੀ ਜਾਂਦੀ, ਕਹਿੰਦੇ ਅੰਗਰੇਜ਼ੀ ਵਿੱਚ ਗੱਲ ਕਰੋ। ਹੁਣ ਤੁਹਾਡਾ ਵਿਕਾਸ ਕਿੱਥੋਂ ਹੋਣਾ? ਅਕਾਲ ਦੇ ਨਾਂ ਤੇ ਸਕੂਲ ਹੋਣ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਹੋਵੇ, ਹੋਰ ਸਕੂਲ ਨੇ ਬੜੇ। ਅਸੀਂ ਕਹਿੰਦੇ ਅਸੀਂ ਬਾਹਰ ਆ ਕੇ, ਕਹਿੰਦੇ ਮੈਨੂੰ ਇੱਕ ਸਿੰਘ ਕਹਿੰਦਾ ਪੜ੍ਹਾਇਆ ਸੀ ਅਕੈਡਮੀ ਫਲਾਣੀ ਦੇ ਵਿੱਚ, ਤੇ ਬੱਚੇ ਆ ਕੇ ਸਾਰਾ ਕੁਝ ਛੱਡ ਕੇ ਬਹਿ ਗਏ। ਇਹਨਾਂ ਨੇ ਪਹਿਲਾਂ ਦੇ ਦਸਤਾਰ ਇਹ ਸਾਰਾ ਕੁਝ ਬੰਨ੍ਹਦੇ ਸੀ ਵਧੀਆ। ਮੈਂ ਕਿਹਾ ਵੀ ਪਤਾ ਕਰੀਏ। ਉਹ ਬਾਅਦ ਵਿੱਚ 1-2 ਥਾਵਾਂ ਤੇ ਪਤਾ ਕੀਤਾ, ਕਹਿੰਦੇ ਅੰਗਰੇਜ਼ੀ ਤੋਂ ਬਿਨਾਂ ਗੱਲ ਨਹੀਂ ਕਰਨ ਦਿੰਦੇ। ਠੀਕ ਹੈ, ਅੰਗਰੇਜ਼ੀ ਭਾਸ਼ਾ ਆਪਣੇ ਥਾਂ ਤੇ ਵਰਲਡ ਭਾਸ਼ਾ ਹੈ, ਪਰ ਉਹਦੇ ਵਿੱਚ ਇੱਕ ਖਿਆਲ ਰੱਖਣਾ ਪਏਗਾ ਕਿ ਜਿਹੜੀ ਤੁਹਾਡੀ ਗੁਰਮੁਖੀ ਭਾਸ਼ਾ ਹੈ ਉਹਦੇ ਨਾਲ ਕਿੰਨਾ ਕੁ ਸਾਡਾ ਸੰਪਰਕ ਹੈ, ਕਿੰਨਾ ਕੁ ਸੰਬੰਧ ਹੈ। ਕਿਉਂਕਿ ਬਾਣੀ ਦਾ ਜਿਹੜਾ ਬੋਧ ਹੈ, ਬਾਣੀ ਦਾ ਜਿਹੜਾ ਸੰਬੰਧ ਹੈ, ਉਹ ਗੁਰਮੁਖੀ ਪੜ੍ਹਨ ਦੇ ਨਾਲ ਆਉਣਾ ਹੈ। ਔਰ ਇਹ ਸਭ ਤੋਂ ਵੱਡਾ ਪੁੰਨ ਮੰਨਿਆ ਗਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਵੇਂ 100 ਗੁਰਦੁਆਰੇ ਤੂੰ ਸੋਨੇ ਦੇ ਬਣਾ ਦੇ,
ਤੇ ਇੱਕ ਸ਼ਬਦ ਕਿਸੇ ਸਿੱਖ ਨੂੰ ਗੁਰਬਾਣੀ ਦਾ ਇੱਕ ਸ਼ਬਦ ਸਿਖਾ ਦੇं ਤੇ ਉਹ 100 ਗੁਰਦੁਆਰੇ ਜਿਹਨੇ ਪੁੰਨ ਜਿੰਨਾ ਤੈਨੂੰ ਪੁੰਨ ਪ੍ਰਾਪਤ ਹੋ ਜਾਏਗਾ। जैसे शत मंदिर कंचन के उसार दीने, तैसा पुन सिख को एक शब्द सिखाएगा। हुण किड्डी वड्डी ड्यूटी लगी सी सिख दी, किन्ना वड्डा कारज सी, पर उस कारज तो असी विरवे रह गए, वांझे रह गए। इसे वास्ते साडे वड्डियां ने, वडेरियां ने, बजुर्गां ने, और साडे वड्डियां दे नहीं सानू ये फख्र है। आम तौर पर कहा जाता साडे वास्ते साडे वड्डियां ने कुर्बानियां कीतियां सन, पर साडे भाग एडे वड्डे ने, असी ये भी कह सकते हैं साडे वास्ते साडे छोटियां ने भी कुर्बानियां कीतियां सन। आम तौर पर यह कहा जाता है साडे वास्ते साडे वड्डियां ने कुर्बानियां कमाई कीती ते अज असी खाने आ। पर साध संगत जी आपां उस कौम दे विच जम्मे आ, उहदे विच पले आ जिहदे वास्ते साडे तो छोटियां ने साडे वास्ते कुर्बानियां कीतियां ने, साहिबजादियां ने कुर्बानियां कीतियां। किन्नी कु उम्र है, थोड़ा जिहा महसूस करिए उस समय नूं इन्हां दिनां दे विच कि किहड़े उन्हां दे अंदर किहड़ी स्पिरिट भरी गई सी। एक चीज़ उन्हां तो सानू मिलती है दृढ़ता दी। ठीक है, उन्हां दे विच जिहड़ियां पावरां सन, जिहड़ियां शक्तियां सन, अगम सन, वड्डियां सन, बेअंत सन, और गुरु के बचनां दे नाल उन्हां दीयां पावरां वड्डियां होईयां। पर उन्हां दे विचों आ जिहड़ा थोड़ी जी गल हुंदी है ते असी झटपट कह दिंदे आ कुछ भी नहीं होना, कुछ भी नहीं बनना। ये गुरु गोबिंद सिंह पातशाह नूं ये गल्लां प्रवान नहीं। वो तो कहते सिख हार के भी नहीं हारदा। उहदे विचों की निकलेगा? दृढ़ता निकलेगी। आ 5 प्यारे ने ना अमृत छकदा, उहदे विच 5 गुण ने 5 प्यारिਆਂ ਦੇ। सब तो पहले प्यारे ने भाई दया सिंह जी। भाई दया सिंह जी का गुण है दया करनी, ते जिथे दया होवेगी उत्थे हंकार नहीं होवेगा, ते जिथे हंकार नहीं होवेगा उस थां ते साध संगत जी निमरता होवेगी ते परमात्मा का वासा उत्थे अस्थान ते होवेगा। दूसरा है धर्म। धर्म है जिंदगी का आनंद ते रस, उत्थे धर्म होवेगा। तीसरा है साध संगत जी मोहकम, ते मोहकम का मतलब है दृढ़ता। जिहड़ी गल मिथ लैनी है उहदे उत्ते जिंदगी नूं निभा देना है, मन दे पिछे नहीं तुरना। ते चौथा है हिम्मत। हिम्मत का मतलब है इस मोहकम दे उत्ते तां तुरिया जाएगा जे हिम्मत करांगे। ते जिथे ये 4 गुण आ गए, जिथे साध संगत जी दया आ गई, धर्म आ गया, मोहकम आ गया, ते हिम्मत आ गई, साहब ने उत्थे अपने आप आ जाना है। सो कुछ विषय जिहड़े मैं अज बोले सी, जिहदे विच दुख का विषय सी, उहदे संबंध दे विच दुख की है, ये आपां कल दा अपना फिर दीवान 5 ਤੋਂ 6 तक विचार करांगे। आओ हुण रहिंदा समा कुछ जिहड़ा जरूरी कारज है, नानक कह कर केवल नाम, थोड़ा चिर जाप करिए 2-4 मिनटां वास्ते, फिर समाप्ति करांगे। सारे कृपा करो कोई भी रसना खाली ना रहे। वाहिगुरु 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 वाहिगुरु। वाहिगुरु 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 वाहिगुरु।
ਵਾਹਿਗੁਰੂ 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 ਭੁੱਲਾਂ ਦੀ ਖਿਮਾ ਕਰਨੀ ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ